वाहिगुरू जी का खालसा वाहिगुरू जी की फतेह जी। मैं डॉक्टर गगनदीप सिंह, मेरा यूट्यूब ਦਾ ਸੇਮ ਚੈਨਲ ਸਬਸਕ੍ਰਾਈਬ ਕਰ ਦੇਣਾ ਜੀ। ਅਸੀਂ ਭਗਤੀ ਮਾਰਗ ਨੂੰ ਲੈ ਕੇ ਜਦੋਂ ਵਿਸ਼ੇ 'ਤੇ ਚਰਚਾ ਕਰਦੇ ਹਾਂ ਤਾਂ ਜ਼ਰੂਰੀ ਹੈ ਕਿ ਪ੍ਰਭੂ ਬੰਦਗੀ 'ਤੇ ਤੁਰਦਿਆਂ ਹੋਇਆਂ ਭਗਤਾਂ ਦੇ ਜੀਵਨ ਦੇ ਵਿੱਚ ਜਿਹੜੀਆਂ ਕਠਿਨਾਈਆਂ ਆਈਆਂ ਜਾਂ ਭਗਤਾਂ ਨੇ ਕਿਸ ਵਿਧੀ ਦੇ ਨਾਲ ਕਿਸ ਵਿਧਾਨ ਦੇ ਨਾਲ ਪ੍ਰਭੂ ਨੂੰ ਪਾਇਆ ਉਸ ਨੂੰ ਸਮਝਿਆ ਜਾਵੇ, ਕਿਉਂਕਿ ਜੀਵਨ ਦੇ ਵਿੱਚ ਬਹੁਤ ਦਰਪੇਸ਼ ਮੁਸ਼ਕਿਲਾਂ ਜਾਂ ਫਿਰ ਜੀਵਨ ਦੇ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੁਣੌਤੀਆਂ ਆ ਜਾਂਦੀਆਂ ਨੇ ਜਿਸ ਨੂੰ ਪਾਰ ਕਰਨਾ ਸਾਰਿਆਂ ਦੇ ਹਿੱਸੇ ਨਹੀਂ ਹੁੰਦਾ। ਇਸ ਲਈ ਭਗਤਾਂ ਦੇ ਜੀਵਨ ਤੋਂ ਅਸੀਂ ਪ੍ਰੇਰਨਾ ਲੈ ਲੈਂਦੇ ਹਾਂ। ਤਾਂ ਇੱਕ ਕਥਾ ਮਿਲਦੀ ਹੈ ਇੱਕ ਰਾਜਾ ਦੇ ਜੀਵਨ ਦੀ ਕਿ ਦੱਸਦੇ ਨੇ ਕਿ ਰਾਜਾ ਦੇ ਦਰਬਾਰ ਦੇ ਵਿੱਚ ਇੱਕ ਮੰਤਰੀ ਜਿਸ ਨੇ ਉਸ ਰਾਜਨ ਦੀ ਨੌਕਰੀ ਛੱਡ ਦਿੱਤੀ ਅਤੇ ਨਵੀਂ ਨੌਕਰੀ ਕਰ ਲਈ, ਪਰ ਰਾਜੇ ਦੇ ਹੰਕਾਰ ਨੂੰ ਕਹਿੰਦੇ ਨੇ ਬਹੁਤ ਜ਼ਿਆਦਾ ਸੱਟ ਵੱਜੀ। ਉਸਨੇ ਮੰਤਰੀ ਨੂੰ ਬੁਲਾਇਆ, ਮੰਤਰੀ ਨਹੀਂ ਆਇਆ। ਫਿਰ ਉਸਨੇ ਹੋਰ ਜਾਸੂਸ ਭੇਜੇ, ਸਿਪਾਹੀ ਭੇਜੇ ਕਿ ਜਿਸ ਤਰ੍ਹਾਂ ਵੀ ਕਰਕੇ ਉਸ ਮੰਤਰੀ ਨੂੰ ਮੇਰੇ ਸਾਹਮਣੇ ਲੈ ਕੇ ਆਓ। ਕਹਿੰਦੇ ਨੇ ਮੰਤਰੀ ਫਿਰ ਉਸ ਦੇ ਸਾਹਮਣੇ ਹਾਜ਼ਰ ਹੋਇਆ ਤਾਂ ਰਾਜਨ ਨੇ ਪੁੱਛਿਆ ਕਿ ਇਹ ਮੰਤਰੀ ਕਣ ਮੈਂ ਤੈਨੂੰ ਇੰਨੇ ਸੱਦੇ ਭੇਜੇ ਤੂੰ ਆਇਆ ਨਹੀਂ, ਤੂੰ ਮੇਰੀ ਨੌਕਰੀ ਕਿਉਂ ਛੱਡੀ? ਤੇਰੀ ਹਰ ਸਮੇਂ ਮੈਂ ਤੇਰੀ ਜ਼ਰੂਰਤ ਨੂੰ ਪੂਰਾ ਕੀਤਾ, ਤੂੰ ਜਦੋਂ ਪੈਸੇ ਮੰਗੇ ਪੈਸੇ ਮੈਂ ਦਿੱਤੇ, ਤੇਰੇ ਪਰਿਵਾਰ ਨੂੰ ਕੋਈ ਜ਼ਰੂਰਤ ਹੋਈ ਮੈਂ ਤੇਰੇ ਪਰਿਵਾਰ ਦੀ ਵੀ ਸਹਾਇਤਾ ਕੀਤੀ, ਪਰ ਤੂੰ ਬਿਨਾਂ ਦੱਸਿਆ ਨੌਕਰੀ ਕਿਵੇਂ ਛੱਡ ਦਿੱਤੀ? ਮੇਰੇ ਤੋਂ ਪਰਮਿਸ਼ਨ ਕਿਉਂ ਨਹੀਂ ਲਈ? ਮੇਰੇ ਤੋਂ ਪ੍ਰਵਾਨਗੀ ਲੈ ਕੇ ਨੌਕਰੀ ਛੱਡਦਾ ਤਾਂ ਮੈਨੂੰ ਖੁਸ਼ੀ ਹੁੰਦੀ। ਤਾਂ ਕਹਿੰਦੇ ਨੇ ਮੰਤਰੀ ਨੇ ਕੁਝ ਖਾਸ ਜਵਾਬ ਨਾ ਦਿੱਤਾ, ਪਰ ਉਸਨੇ ਇਹ ਗੱਲ ਜ਼ਰੂਰ ਕਹਿ ਦਿੱਤੀ ਕਿ ਇਹ ਰਾਜਨ ਗੱਲ ਉਹ ਨਹੀਂ ਕਿ ਮੈਂ ਤੇਰੀ ਨੌਕਰੀ ਛੱਡ ਦਿੱਤੀ, ਪਰ ਗੱਲ ਇਹ ਹੈ ਕਿ ਮੈਨੂੰ ਤੇਰੇ ਤੋਂ ਵੱਡਾ ਰਾਜਾ ਮਿਲਿਆ। ਰਾਜਾ ਹੋਰ ਹੈਰਾਨ, ਉਸਦੇ ਹੰਕਾਰ ਨੂੰ ਉਸਦੇ ਵਜੂਦ ਨੂੰ ਸੱਟ ਲੱਗੀ ਕਿ ਮੇਰੇ ਤੋਂ ਵੱਡਾ ਰਾਜਾ ਇਸ ਦੁਨੀਆ ਦੇ ਹੋਰ ਕਿਹੜਾ ਆਇਆ, ਕਿਉਂਕਿ ਹਿੰਦੁਸਤਾਨ ਦਾ ਬਾਦਸ਼ਾਹ। ਤਾਂ ਮੰਤਰੀ ਕਹਿਣ ਲੱਗਾ ਕਿ ਰਾਜਨ ਗੱਲ ਇਹ ਨਹੀਂ ਕਿ ਮੈਂ ਤੇਰੀ ਨੌਕਰੀ ਛੱਡੀ, ਪਰ ਗੱਲ ਇਹ ਹੈ ਕਿ ਮੈਨੂੰ ਤੇਰੇ ਤੋਂ ਵੱਡਾ ਰਾਜਾ ਮਿਲਿਆ ਜਿਹੜਾ ਮੈਨੂੰ ਤੇਰੇ ਤੋਂ ਜ਼ਿਆਦਾ ਸੁੱਖ ਸਹੂਲਤਾਂ ਦੇ ਰਿਹਾ ਹੈ, ਤਾਂ ਇਸ ਲਈ ਮੈਂ ਤੇਰੀ ਨੌਕਰੀ ਨੂੰ ਛੱਡ ਦਿੱਤਾ। ਜਦੋਂ ਦਾ ਉਹ ਰਾਜਾ ਮੇਰੀ ਜ਼ਿੰਦਗੀ ਵਿੱਚ ਆਏ ਮੇਰੀ ਜ਼ਿੰਦਗੀ ਸੁੱਖਾਂ ਦੇ ਵਿੱਚ ਜਿਹੜੀ ਹੈ ਇਕੱਠੀ ਹੋ ਗਈ। ਤਾਂ ਰਾਜੇ ਨੇ ਹੈਰਾਨਗੀ ਨਾਲ ਪੁੱਛਿਆ ਗੁੱਸੇ ਦੇ ਵਿੱਚ ਆ ਕੇ ਕਿ ਹੇ ਮੰਤਰੀ ਮੈਂ ਤੈਨੂੰ ਸਭ ਕੁਝ ਦਿੱਤਾ, ਪਰ ਫਿਰ ਵੀ ਤੈਨੂੰ ਮੇਰੇ ਤੋਂ ਵੱਡਾ ਕੋਈ ਰਾਜਾ ਦਿਖਦਾ ਹੈ? ਸਾਰੀ ਦੁਨੀਆ ਮੇਰੀ ਸੱਤਾ ਨੂੰ ਮੰਨਦੀ ਹੈ, ਪਰ ਮੇਰੇ ਤੋਂ ਵੱਡਾ ਰਾਜਾ ਹੋਰ ਕਿਹੜਾ ਆਇਆ? ਤਾਂ ਕਹਿਣ ਲੱਗਾ ਮੰਤਰੀ ਕਿ ਹਾਂ ਰਾਜਨ, ਇਸ ਤਰ੍ਹਾਂ ਹੈ ਕਿ ਮੈਨੂੰ ਤੇਰੇ ਤੋਂ ਵੱਡਾ ਰਾਜਾ ਮਿਲਿਆ, ਉਸ ਦੇ ਵਿੱਚ ਕੁਝ ਮੈਂ ਨਿਸ਼ਾਨੀਆਂ ਵੇਖੀਆਂ ਨੇ। ਉਹ ਨਿਸ਼ਾਨੀਆਂ ਦੱਸਦੀਆਂ ਨੇ ਕਿ ਉਹ ਤੇਰੇ ਤੋਂ ਬਹੁਤ ਜ਼ਿਆਦਾ ਵੱਡਾ ਹੈ, ਤਾਂ ਉਸ ਦੇ ਅੱਗੇ ਇੱਕ ਰੱਤੀ ਮਾਤਰ ਵੀ ਨਹੀਂ। ਮੰਤਰੀ ਕਹਿਣ ਲੱਗਾ ਕਿ ਰਾਜਨ ਤੂੰ ਸੁਣ ਧਿਆਨ ਦੇ ਕੇ ਕਿ ਉਸ ਦੇ ਵਿੱਚ ਕਿਹੜੀਆਂ ਵਿਸ਼ੇਸ਼ਤਾਵਾਂ ਨੇ। ਕਿ ਪਹਿਲੀ ਵਿਸ਼ੇਸ਼ਤਾ ਇਹ ਹੈ ਕਿ ਜਿਸ ਰਾਜਨ ਦੇ ਕੋਲ ਹੁਣ ਮੈਂ ਨਵੀਂ ਨੌਕਰੀ ਕੀਤੀ, ਜਦੋਂ ਤੱਕ ਮੈਂ ਤੇਰੇ ਕੋਲ ਨੌਕਰੀ ਕਰਦਾ ਸੀ ਤੂੰ ਆਪ ਨਹੀਂ ਸੀ ਸੌਂਦਾ, ਤਾਂ ਅਸੀਂ ਵੀ ਸੌਣ ਦੀ ਸਾਨੂੰ ਇਜਾਜ਼ਤ ਨਹੀਂ ਸੀ ਹੁੰਦੀ। ਜਦ ਤੱਕ ਤੂੰ ਸੁੱਤਾ ਨਹੀਂ ਅਸੀਂ ਸੌ ਨਹੀਂ ਸਕਦੇ, ਤੇਰੇ ਸੌਣ ਤੋਂ ਬਾਅਦ ਹੀ ਸਾਨੂੰ ਸੌਣ ਦੀ ਇਜਾਜ਼ਤ ਹੁੰਦੀ ਸੀ। ਪਰ ਜਦੋਂ ਦਾ ਮੈਂ ਨਵੇਂ ਰਾਜੇ ਦੀ ਅਧੀਨਗੀ ਲੈ ਲਈ, ਉਹ ਰਾਜਾ ਆਪ ਤਾਂ ਸੌਂਦਾ ਨਹੀਂ ਪਰ ਮੈਨੂੰ ਸੁਲਾ ਦਿੰਦਾ ਹੈ। ਕਿ ਰਾਜਨ ਤੂੰ ਦੂਸਰੀ ਉਸਦੀ ਵਿਸ਼ੇਸ਼ਤਾ ਵੇਖ, ਉਸ ਦਾ ਗੁਣ ਵੇਖ ਕਿ ਇਹ ਰਾਜਨ ਤੇਰੇ ਕੋਲ ਨੌਕਰੀ ਕਰਦਿਆਂ ਹੋਇਆਂ ਤੂੰ ਆਪ ਰੋਟੀ ਨਹੀਂ ਸੀ ਖਾਂਦਾ, ਤਾਂ ਉਦੋਂ ਤੱਕ ਸਾਨੂੰ ਰੋਟੀ ਖਾਣ ਦੀ ਇਜਾਜ਼ਤ ਨਹੀਂ ਸੀ ਹੁੰਦੀ। ਤੇਰੀ ਰੋਟੀ ਖਾਣ ਤੋਂ ਬਾਅਦ ਹੀ ਅਸੀਂ ਕੁਝ ਖਾ ਸਕਦੇ ਸੀ, ਪੀ ਸਕਦੇ ਸੀ। ਪਰ ਜਦੋਂ ਦਾ ਮੈਂ ਆਪਣੇ ਨਵੇਂ ਰਾਜਨ ਦੀ ਅਧੀਨਗੀ ਵਿੱਚ ਆਇਆ ਤਾਂ ਉਹ ਆਪ ਤਾਂ ਰੋਟੀ ਖਾਂਦਾ ਨਹੀਂ ਪਰ ਮੈਨੂੰ ਖਿਲਾ ਦਿੰਦਾ ਹੈ। ਰਾਜਨ ਤੂੰ ਤੀਸਰੀ ਵਿਸ਼ੇਸ਼ਤਾ ਸੁਣ, ਮੈਂ ਜਦੋਂ ਤੇਰੇ ਕੋਲ ਨੌਕਰੀ ਕਰਦਾ ਸੀ ਮੇਰੇ ਤੋਂ ਹੋਏ ਛੋਟੇ ਤੋਂ ਛੋਟੇ ਗੁਨਾਹ ਦੀ ਤੂੰ ਵੱਡੀ ਤੋਂ ਵੱਡੀ ਸਜ਼ਾ ਦਿੰਦਾ ਸੀ। ਕੋਈ ਛੋਟੀ ਵੀ ਗਲਤੀ ਹੋ ਗਈ ਤੂੰ ਵੱਡੀ ਸਜ਼ਾ ਦਿੰਦਾ ਸੀ। ਪਰ ਜਦੋਂ ਦਾ ਮੈਂ ਨਵੇਂ ਰਾਜਨ ਦੀ ਅਧੀਨਗੀ ਵਿੱਚ ਚਲਾ ਗਿਆ, ਉਸਨੇ ਮੇਰੀ ਸਾਰੀ ਗਲਤੀਆਂ ਦੇ ਪਰਦੇ ਪਾ ਦਿੱਤੇ ਨੇ। ਮਾਫੀਆਂ ਤਾਂ ਉਸਨੇ ਦਿੱਤੀਆਂ ਹੀ, ਪਰ ਜਿਹੜੇ ਮੇਰੇ ਤੋਂ ਗੁਨਾਹ ਹੋ ਗਏ ਉਸਨੇ ਉਹਨਾਂ ਅੱਗੇ ਪਰਦੇ ਪਾ ਦਿੱਤੇ। ਪਰ ਜਦੋਂ ਮੈਂ ਤੇਰੇ ਕੋਲ ਨੌਕਰੀ ਕਰਦਾ ਸੀ ਤੂੰ ਮੇਰੇ ਛੋਟੇ ਤੋਂ ਛੋਟੇ ਗੁਨਾਹ ਨੂੰ ਵੀ ਸਾਰਿਆਂ ਦੇ ਸਾਹਮਣੇ ਬੋਲ ਕੇ ਦੱਸਦਾ ਸੀ। ਕਿ ਇਹ ਰਾਜਨ ਉਸ 'ਤੇ ਤੂੰ ਚੌਥਾ ਗੁਣ ਸੁਣ ਉਸ ਨਵੇਂ ਰਾਜਨ ਦਾ ਕਿ ਤੇਰੀ ਨੌਕਰੀ ਕਰਦਿਆਂ ਹੋਇਆਂ ਮੈਂ ਤੇਰੀ ਚਮਚਾਗਿਰੀ ਕਰਦਾ ਸੀ, ਤੇਰੇ ਰਿਸ਼ਤੇਦਾਰਾਂ ਦੀ ਚਮਚਾਗਿਰੀ ਕਰਦਾ ਸੀ, ਤੇਰੇ ਦੋਸਤਾਂ ਨੂੰ ਵੀ ਮੈਂ ਜੀ ਹਜ਼ੂਰੀ ਕਰਦਾ ਸੀ। ਪਰ ਜਦੋਂ ਦਾ ਮੈਂ ਨਵੇਂ ਰਾਜਨ ਦੀ ਹਜ਼ੂਰੀ ਵਿੱਚ ਆਇਆ ਉਸਨੇ ਸਾਰੀ ਦੁਨੀਆ ਨੂੰ ਹੀ ਮੇਰਾ ਸੇਵਾਦਾਰ ਬਣਾ ਦਿੱਤਾ, ਉਸਨੇ ਸਾਰੀ ਦੁਨੀਆ ਨੂੰ ਹੀ ਮੇਰਾ ਚਮਚਾ ਬਣਾ ਦਿੱਤਾ। ਤੇਰੀ ਨੌਕਰੀ ਕਰਨ ਦੇ ਨਾਲ ਤੇਰੇ ਰਿਸ਼ਤੇਦਾਰਾਂ ਦੀ ਤੇਰੇ ਦੋਸਤਾਂ ਦੀ ਨੌਕਰੀ ਕਰਨੀ ਪੈਂਦੀ ਸੀ, ਪਰ ਜਦੋਂ ਦਾ ਮੈਂ ਨਵੇਂ ਰਾਜਾ ਦੀ ਹਜ਼ੂਰੀ ਵਿੱਚ ਆਇਆ ਉਸਨੇ ਸਾਰੀ ਦੁਨੀਆ ਨੂੰ ਮੇਰੀ ਨੌਕਰੀ 'ਤੇ ਲਗਾ ਦਿੱਤਾ, ਸਾਰੀ ਦੁਨੀਆ ਨੂੰ ਮੇਰਾ ਸੇਵਾਦਾਰ ਬਣਾ ਦਿੱਤਾ। ਇਸ ਲਈ ਪ੍ਰਭੂ ਮਾਰਗ 'ਤੇ ਤੁਰਦਿਆਂ ਹੋਇਆਂ ਪ੍ਰਭੂ ਦੀ ਬੰਦਗੀ ਕਰਦਿਆਂ ਹੋਇਆਂ ਕਿਸੇ ਵੀ ਕਮੀ ਨੂੰ ਵੇਖਿਆ ਨਹੀਂ ਜਾ ਸਕਦਾ। ਭਗਤ ਜਿਹੜੇ ਨੇ ਹਮੇਸ਼ਾ ਹੀ ਖੁਸ਼ ਰਹਿੰਦੇ ਨੇ, ਕਿਉਂਕਿ ਆਮ ਜੀਵਨ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਸਮਾਨ ਨੂੰ ਇਕੱਠਾ ਕਰਨ ਦੇ ਲਈ, ਕਿਉਂਕਿ ਮੁਸੀਬਤ ਦੇ ਸਮੇਂ ਕੰਮ ਆ ਸਕਦਾ ਹੈ। ਪਰ ਜਿਹੜੇ ਭਗਤ ਨੇ ਕਿਸੇ ਵੀ ਚੀਜ਼ ਨੂੰ ਇਕੱਠਾ ਨਹੀਂ ਕਰਦੇ, ਕਿਉਂਕਿ ਉਹ ਸਮਝਦੇ ਨੇ ਕਿ ਜਦ ਵੀ ਜ਼ਰੂਰਤ ਹੋਈ ਸਾਡੇ ਪ੍ਰਭੂ ਹਾਜ਼ਰ ਹੋਣਗੇ। ਤਾਂ ਜਿਹੜੇ ਪ੍ਰਭੂ ਖੰਡਾਂ ਬ੍ਰਹਮੰਡਾਂ ਦੇ ਮਾਲਕ ਨੇ ਉਹ ਹਾਜ਼ਰ ਵੀ ਕਿਉਂ ਨਾ ਹੋਣਗੇ। ਭਾਈ ਨੰਦ ਲਾਲ ਲਿਖਦੇ ਨੇ ਕਿ ਨਬੂਦ ਹੇਚ ਨਿਸ਼ਾਹਾਂ ਦੇ ਅਸਮਾਨੋ ਜ਼ਮੀਂ ਕੀ ਸ਼ੌਕ ਰੂਏ ਤੋਂ ਅਬੂਰਾ ਦਰ ਵਜੂਦ ਮਰਾ।
कि हे प्रभु अखंड ब्रह्मंड जदों बने उदों दा मेरी आत्मा दा तेरे नाल विछोड़ा होया। ये विछोड़ा ही मैनूं नाम जपण दा एहसास दिंदा है, विछोड़ा ही मैनूं नाम जपण लई प्रेरणा दिंदा है। इसी तरह कई बार असीं भगतां नूं वेखदे हां तां भगतां दा जीवन सानूं अपने वर्गा लगदा है कि भगतां ने भी ग੍ਰਸਤੀ नूं धारण कीता, भगतां ने भी दुੱਖਾਂ ਨੂੰ ਵੇਖਿਆ, ਪਰ ਅਸਲ ਦੇ ਵਿੱਚ ਭਗਤ ਜਿਹੜੇ ਨੇ ਆਮ ਦੁਨੀਆ ਤੋਂ ਹਮੇਸ਼ਾ ਹੀ ਉੱਚੇ ਹੁੰਦੇ ਨੇ। ਕਿਸੇ ਵੀ ਤਰ੍ਹਾਂ ਦੇ ਨਾਲ ਭਗਤਾਂ ਦਾ ਜਿਹੜਾ ਮੁਕਾਬਲਾ ਆਮ ਦੁਨੀਆ ਦੇ ਨਾਲ ਨਹੀਂ ਕੀਤਾ ਜਾ ਸਕਦਾ। ਅਸ਼ਟਾਵਕਰ ਨੇ ਆਪਣੀ ਗੀਤਾ ਵਿੱਚ ਲਿਖਿਆ ਸੀ, ਕਿਉਂਕਿ ਰਾਜਾ ਜਨਕ ਦੇ ਗੁਰੂ ਹੋਏ ਨੇ। ਕਹਿੰਦੇ ਨੇ ਕ੍ਰਿਸ਼ਨ ਨੇ ਜੋ ਅਰਜਨ ਨੂੰ ਉਪਦੇਸ਼ ਦਿੱਤਾ ਉਸ ਨੂੰ ਗੀਤਾ ਕਹਿੰਦੇ ਨੇ, ਪਰ ਅਸ਼ਟਾਵਕਰ ਨੇ ਜਦੋਂ ਜਨਕ ਨੂੰ ਉਪਦੇਸ਼ ਦਿੱਤਾ ਤਾਂ ਮਹਾਗੀਤਾ ਕਿਹਾ ਜਾਂਦਾ ਹੈ। ਫਿਰ ਧਿਆਨ ਦੇ ਕੇ ਸੁਣਨਾ ਕਿ ਜੋ ਕ੍ਰਿਸ਼ਨ ਨੇ ਅਰਜਨ ਨੂੰ ਉਪਦੇਸ਼ ਦਿੱਤਾ ਉਹ ਗੀਤਾ ਹੋਇਆ, ਤਾਂ ਪਰ ਜੋ ਅਸ਼ਟਾਵਕਰ ਨੇ ਰਾਜਾ ਜਨਕ ਨੂੰ ਉਪਦੇਸ਼ ਦਿੱਤਾ ਉਸ ਨੂੰ ਮਹਾਗੀਤਾ ਕਹਿੰਦੇ ਨੇ। ਤਾਂ ਅਸ਼ਟਾਵਕਰ ਆਪਣੀ ਮਹਾਗੀਤਾ ਵਿੱਚ ਲਿਖਦੇ ਨੇ, ਹੰਤ ਆਤਮ ਗਿਆਸੇ ਧੀਰਸੇ ਖੇਲ ਤਹਿ ਭੋਗ ਲੈ ਲਿਆ, ਨਾਹੀ ਸੰਸਾਰ ਵਾਹੇ ਕਿਆ ਮੋੜੈ ਸਹਿ ਸਮਾਨਤਾ। ਕਿ ਆਮ ਜਿਹੜਾ ਭਗਤ ਹੈ, ਜਿਹੜਾ ਪ੍ਰਭੂ ਮਾਰਗ 'ਤੇ ਤੁਰਦਿਆਂ ਹੋਇਆ ਰੱਬ ਦੀ ਬੰਦਗੀ ਵਿੱਚ ਲੀਨ ਹੈ, ਉਸ ਨੂੰ ਕਿਸੇ ਵੀ ਤਰੀਕੇ ਦੇ ਨਾਲ ਇੱਕ ਮੂੜ ਆਦਮੀ ਦੇ ਨਾਲ, ਮੂਰਖ ਆਦਮੀ ਦੇ ਨਾਲ ਤੁਲਨਾ ਨਹੀਂ ਦਿੱਤੀ ਜਾ ਸਕਦੀ। ਉਸ ਦਾ ਧੀਰਜ, ਉਸ ਦੀ ਭਗਤੀ, ਪਰਮੇਸ਼ਵਰ 'ਚ ਉਸ ਦਾ ਦ੍ਰਿੜ ਵਿਸ਼ਵਾਸ ਹੀ ਉਸ ਨੂੰ ਆਮ ਲੋਕਾਂ ਤੋਂ ਵੱਖਰਾ ਕਰਦਾ ਹੈ। ਉਸ ਦੀ ਵਿਸ਼ੇਸ਼ਤਾ ਹੀ ਉਸ ਦੇ ਵਿਸ਼ਵਾਸ, ਉਸ ਦੇ ਧੀਰਜ ਅਤੇ ਸਹਿਜ ਸਬਰ ਸੰਤੋਖ ਵਿੱਚ ਹੈ। ਹੰਤ ਆਤਮ ਗਿਆਸੇ ਧੀਰਜ ਸੇ ਖੇਲ ਤਹਿ ਭੋਗ ਲੈ ਲਿਆ, ਨਾ ਹੀ ਸੰਸਾਰ ਵਾਹੇ ਕਿਆ ਮੂੜੈ ਸਹਿ ਸਮਾਨਤਾ। ਜੋ ਇੱਕ ਬੁੱਧੀਮਾਨ, ਜੋ ਭਗਤ ਹੈ, ਜਿਹੜਾ ਪ੍ਰੇਮ ਵਿੱਚ ਰਿਝਿਆ ਹੋਇਆ, ਉਸ ਦੀ ਮੂਰਖ ਆਦਮੀ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਇਸ ਲਈ ਭਗਤਾਂ ਦਾ ਜੀਵਨ ਹਮੇਸ਼ਾ ਹੀ ਉੱਚਾ, ਸੁੱਚਾ ਅਤੇ ਦਰਪੇਸ਼ ਮੁਸ਼ਕਿਲਾਂ ਨਾਲ ਭਰਿਆ ਹੋਇਆ ਵੀ ਰਸਤੇ ਵਿੱਚ ਲੀਨ ਰਹਿੰਦਾ ਹੈ, ਪਰ ਆਮ ਮਨੁੱਖ ਰਸ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ਾਂ ਦੇ ਵਿੱਚ ਵੀ ਰਸਹੀਨ ਹੋਏ ਰਹਿੰਦੇ ਨੇ। ਭਗਤਾਂ ਦੇ ਚਿਹਰੇ ਉਹਨਾਂ ਦੀ ਭਗਤੀ, ਉਹਨਾਂ ਦੇ ਸੁੱਖ ਨੂੰ ਦੱਸਦੇ ਨੇ, ਪਰ ਆਮ ਦੁਨੀਆ ਦੇ ਚਿਹਰੇ ਉਹਨਾਂ ਦੀ ਵੀਰਾਨਗੀ ਅਤੇ ਭਗਤੀਹੀਨਤਾ ਨੂੰ ਦੱਸਦੇ ਨੇ। ਇਸ ਲਈ ਭਗਤੀ ਮਾਰਗ 'ਤੇ ਤੁਰਦਿਆਂ ਹੋਇਆਂ ਪ੍ਰਭੂ ਦੀ ਉਸਤਤ ਕਰੀਏ, ਕਿਉਂਕਿ ਪ੍ਰਭੂ ਤੋਂ ਬਿਨਾਂ ਕੋਈ ਵੀ ਸੰਗੀ ਸਾਥੀ ਨਹੀਂ। ਹਮੇਸ਼ਾ ਹੀ ਸਮੱਸਿਆਵਾਂ ਦੇ ਵੀ ਸਾਡੇ ਰਿਸ਼ਤੇਦਾਰ ਕੰਮ ਨਹੀਂ ਆਉਣਗੇ, ਸਾਡੇ ਮਿੱਤਰ ਕੰਮ ਨਹੀਂ ਆਉਣਗੇ, ਪਰ ਪ੍ਰਭੂ ਨੇ ਜਦ ਵੀ ਯਾਦ ਕੀਤਾ ਜਾਏ ਪ੍ਰਭੂ ਹਾਜ਼ਰ ਹੁੰਦੇ ਨੇ। ਪਰ ਗੱਲ ਕੇਵਲ ਪ੍ਰਭੂ ਨੂੰ ਯਾਦ ਕਰਨਾ ਹੈ। ਦੁਨੀਆ ਦੇ ਸਾਰੇ ਰਿਸ਼ਤੇ ਨਾਤੇ, ਦੁਨੀਆ ਦੇ ਸਾਰੀ ਹੀ ਟੇਕਾਂ, ਸ਼ਰਨਾਗਤਾਂ ਨੂੰ ਇੱਕ ਪਾਸੇ ਰੱਖ ਕੇ ਜਦ ਪ੍ਰਭੂ ਦੀ ਸ਼ਰਨਾਗਤ ਹਿਰਦੇ ਵਿੱਚ ਪੱਕੀ ਹੋ ਜਾਏ ਤਾਂ ਪ੍ਰਭੂ ਜ਼ਰੂਰ ਆਉਂਦੇ ਨੇ। ਇਸ ਨੂੰ ਪਰਖ ਕੇ ਵੇਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।